ਸਤਿ ਸ਼੍ਰੀ ਅਕਾਲ। ਖਬਰ ਪੜਤਾਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਖਬਰ ਪੜਤਾਲ, ਜਿਸ ਦੇ ਵਿੱਚ ਪੰਜਾਬ ਦੀਆਂ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਇਹ ਅਹਿਮ ਖਬਰਾਂ ਹੋਣਗੀਆਂ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਰੇਲ ਮੰਤਰੀ ਨੂੰ ਗੁਜ਼ਾਰਿਸ਼ ਕੀਤੀ ਗਈ ਹੈ, ਕਿਉਂਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਆਉਣ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਉਹਨਾਂ ਨੇ ਰੇਲ ਮੰਤਰੀ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਇਸ ਦੇ ਵਿੱਚ ਆਪ ਦਖਲ ਦੇਣ। ਇਸ ਦੇ ਨਾਲ ਹੀ ਨਰਿੰਦਰ ਮੋਦੀ ਦੇ ਪੰਜਾਬ ਦੇ ਵਿੱਚ ਬੀਤੇ ਦਿਨੀ ਦੁਸ਼ਹਿਰੇ ਮੌਕੇ ਫੂਕੇ ਗਏ ਪੁਤਲਿਆਂ ਦੇ ਉੱਤੇ ਵੀ ਸਿਆਸਤ ਗਰਮਾ ਚੁੱਕੀ ਹੈ, ਉਸ ਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਹੋਰ ਕਈ ਅਹਿਮ ਮਸਲੇ ਨੇ ਪੰਜਾਬ ਦੇ, ਉਹਨਾਂ ਤੇ ਵੀ ਚਰਚਾ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਫਿਰ ਅੱਗੇ ਵਧਾਂਗੇ। ਡੱਲਾ ਸਾਹਿਬ ਸਵਾਗਤ ਹੈ ਸਾਰਿਆਂ ਦਾ ਬਹੁਤ ਬਹੁਤ। ਡੱਲਾ ਸਾਹਿਬ, ਬੀਤੇ ਦਿਨੀ ਦੁਸ਼ਹਿਰੇ ਦੇ ਮੌਕੇ ਦੇ ਉੱਤੇ ਕਹਿੰਦੇ ਨੇ ਕਿ 2500 ਦੇ ਕਰੀਬ ਪੰਜਾਬ ਦੇ ਵਿੱਚ ਮੋਦੀ ਦਾ ਪੁਤਲੇ ਫੂਕੇ ਗਏ ਨੇ। ਕਿਸ ਤਰ੍ਹਾਂ ਵੇਖ ਰਹੇ ਹੋ ਇਸ ਸਾਰੀ ਚੀਜ਼? ਦੇਖੋ, ਇਹ ਤਾਂ ਕਿਸਾਨਾਂ ਦਾ ਪ੍ਰੋਟੈਸਟ ਸੀ। ਇਹ ਮੈਂ ਇਹਨੂੰ ਦੁਸ਼ਹਿਰੇ ਨਾਲ ਨਹੀਂ ਜੋੜੂੰਗਾ, ਕਿਉਂਕਿ ਇਹ ਕਿਸਾਨਾਂ ਦਾ ਪ੍ਰੋਟੈਸਟ ਸੀ ਔਰ ਕਿਸਾਨਾਂ ਨੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਲੋਕਤੰਤਰਿਕ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਪੁਤਲਾ ਸਾੜ ਪ੍ਰਦਰਸ਼ਨ ਕੀਤਾ ਜੀ। ਤੇ ਉਹਦੇ 'ਚ ਪੁਤਲੇ, ਪ੍ਰਧਾਨ ਮੰਤਰੀ ਦੇ ਪੁਤਲੇ ਕੋਈ ਪਹਿਲੀ ਵਾਰ ਨਹੀਂ ਫੂਕੇ। ਨਰਿੰਦਰ ਮੋਦੀ ਦੇ ਪੁਤਲੇ ਜਿਹੜੇ ਪ੍ਰੋਟੈਸਟ ਵਜੋਂ ਕਿਸਾਨਾਂ ਨੇ ਫੂਕੇ ਨੇ, ਇਹ ਕੋਈ ਅਨੋਖੀ ਘਟਨਾ ਨਹੀਂ ਹੈ। ਪਹਿਲਾਂ ਵੀ ਸਮੇਂ-ਸਮੇਂ ਤੇ ਭਾਵੇਂ ਕਿਸਾਨ ਜਥੇਬੰਦੀਆਂ ਨੇ, ਭਾਵੇਂ ਪੋਲੀਟੀਕਲ ਜਥੇਬੰਦੀਆਂ ਨੇ, ਪ੍ਰਧਾਨ ਮੰਤਰੀਆਂ ਦੇ, ਮੁੱਖ ਮੰਤਰੀਆਂ ਦੇ ਪੁਤਲਾ ਫੂਕ ਪ੍ਰਦਰਸ਼ਨ ਆਮ ਤੌਰ ਤੇ ਕਰਦੇ ਰਹੇ ਨੇ। ਡਾਕਟਰ ਮਨਮੋਹਨ ਸਿੰਘ ਦੇ ਪੁਤਲੇ ਕਈ ਵਾਰੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਆਪਣੇ ਪ੍ਰੋਟੈਸਟਾਂ 'ਚ ਫੂਕੇ ਨੇ ਜੀ। ਬੀਜੇਪੀ ਦੇ ਲੀਡਰ, ਤੁਸੀਂ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇੰਟਰਨੈਟ ਦੇ ਉੱਤੇ ਤੁਸੀਂ ਗੂਗਲ 'ਚ ਸਰਚ ਕਰੋ, ਬੀਜੇਪੀ ਦੇ ਲੀਡਰਾਂ ਨੇ ਵੀ ਸੈਂਕੜੇ ਥਾਵਾਂ ਦੇ ਉੱਤੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਪੁਤਲੇ ਉਸ ਸਮੇਂ ਫੂਕੇ ਜਦੋਂ ਉਹ ਪ੍ਰਧਾਨ ਮੰਤਰੀ ਸੀ ਤੇ ਪੈਟਰੋਲ ਦੀਆਂ ਕੀਮਤਾਂ ਦਾ ਰੋਸ ਸੀ ਜਾਂ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਦਾ ਰੋਸ ਸੀ। ਸੋ ਇਹਦਾ ਬੁਰਾ ਮਨਾਉਣਾ, ਬੀਜੇਪੀ ਦੇ ਕਈ ਲੀਡਰ ਬੁਰਾ ਮਨਾ ਰਹੇ ਨੇ। ਜੇਪੀ ਨੱਡਾ, ਅਸਲ 'ਚ ਰਾਹੁਲ ਗਾਂਧੀ ਨੇ ਜਦੋਂ ਤਸਵੀਰ ਸ਼ੇਅਰ ਕੀਤੀ ਜੀ, ਰਾਹੁਲ ਗਾਂਧੀ ਨੇ ਤਸਵੀਰ ਟਵੀਟ ਕੀਤੀ, ਉਸ ਤੋਂ ਬਾਅਦ ਸਿਆਸੀ ਮਾਹੌਲ ਭਖਿਆ, ਕਿਉਂਕਿ ਬੀਜੇਪੀ ਦੇ ਪ੍ਰਧਾਨ ਨੇ ਜੇਪੀ ਨੱਡਾ, ਉਹ ਕਹਿੰਦੇ ਵੀ ਰਾਹੁਲ ਗਾਂਧੀ ਦੇ ਕਹਿਣ ਤੇ ਪੰਜਾਬ ਦੇ ਕਿਸਾਨਾਂ ਨੇ ਪੁਤਲੇ ਫੂਕੇ ਨੇ। ਜੇ ਰਾਹੁਲ ਗਾਂਧੀ ਦੀ ਗੱਲ ਪੰਜਾਬ ਦੇ ਕਿਸਾਨ ਇੰਨਾ ਮੰਨਦੇ ਹੁੰਦੇ ਤੇ ਪੰਜਾਬ 'ਚ ਕਾਂਗਰਸ ਸਾਰੀਆਂ ਸੀਟਾਂ ਨਾਲ ਜਿੱਤ ਜਾਂਦੀ ਜੀ, ਪਾਰਲੀਮੈਂਟ ਦੀਆਂ ਸਾਰੀਆਂ ਸੀਟਾਂ ਜਿੱਤ ਜਾਂਦੀ, ਜੇ ਰਾਹੁਲ ਗਾਂਧੀ ਦੀ ਐਡੀ ਚੱਲਦੀ ਹੁੰਦੀ ਪੰਜਾਬ ਦੇ ਕਿਸਾਨਾਂ ਨਾਲ। ਸੋ ਇਹ ਗੱਲ ਇਹ ਹੁੰਦੀ ਹੈ ਕਿ ਇਹ ਸਿਆਸਤ ਹੈ ਜੀ। ਕਿਸਾਨਾਂ ਨੇ ਆਪਣੇ ਹੱਕ ਲਈ, ਆਪਣੀਆਂ ਮੰਗਾਂ ਲਈ ਪੁਤਲੇ ਫੂਕੇ। ਬੀਜੇਪੀ ਦੇ ਜੇਪੀ ਨੱਡਾ ਸਾਹਿਬ ਇਹੀ ਪਹਿਲਾਂ ਕਹਿ ਰਹੇ ਸੀ ਵੀ ਵਿਚੋਲੀਏ ਪ੍ਰੋਟੈਸਟ ਕਰ ਰਹੇ ਨੇ ਜੀ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਪੁਤਲੇ ਕਿਸਾਨਾਂ ਨੇ ਫੂਕੇ ਨੇ, ਵਿਚੋਲੀਆਂ ਨੇ ਨਹੀਂ ਫੂਕੇ ਜੀ। ਵਿਚੋਲੀਆਂ 'ਚ ਐਡੀ ਹਿੰਮਤ ਕਿੱਥੇ ਹੁੰਦੀ ਆ ਪੁਤਲੇ ਫੂਕ ਜਾਣ? ਬਿਲਕੁਲ, ਇਹ ਤਾਂ ਕਿਸਾਨ ਯੋਧੇ ਹੁੰਦੇ ਆ। ਕਿਸਾਨਾਂ ਨੇ ਸਰਕਾਰ ਦੇ ਕੰਨ ਤੱਕ ਆਪਣੀ ਆਵਾਜ਼ ਪਹੁੰਚਾਉਣੀ ਸੀ, ਸਰਕਾਰ ਸੁਣ ਨਹੀਂ ਸੀ ਰਹੀ, ਉਹਨਾਂ ਨੇ ਪੁਤਲੇ ਸਾੜਤੇ। ਹੁਣ ਸਰਕਾਰ ਨੂੰ ਪਤਾ ਲੱਗ ਗਿਆ ਵੀ ਉੱਥੇ ਪੁਤਲੇ ਫੂਕੇ ਪ੍ਰਧਾਨ ਮੰਤਰੀ ਸਾਹਿਬ ਦੇ ਜੀ। ਹੁਣ ਸਰਕਾਰ ਕਠੋਰ ਵੀ ਹੋ ਸਕਦੀ ਹੈ, ਨਰਮ ਵੀ ਹੋ ਸਕਦੀ ਹੈ, ਸਰਕਾਰ ਦਾ ਆਪਣਾ ਮੱਦ ਹੈ ਜੀ। ਕਈ ਵਾਰੀ ਸਰਕਾਰ ਦੀ ਆਪਣਾ ਹਾਜ਼ਮਾ ਕਿੱਦਾਂ ਦਾ ਉਹਦੇ ਤੇ ਨਿਰਭਰ ਕਰਦਾ ਹੈ। ਹੁਣ ਰਾਹੁਲ ਗਾਂਧੀ ਨੇ ਤਾਂ ਚਲੋ ਸਿਆਸਤ ਕਰ, ਉਹ ਸਿਆਸੀ ਲੀਡਰਾਂ ਦਾ ਆਪਣਾ ਕੰਮ ਹੈ, ਉਹਨਾਂ ਨੇ ਤਾਂ ਦੇਖਣਾ ਹੀ ਹੈ ਵੀ ਮੋਦੀ ਸਾਹਿਬ ਦੇਖੋ ਤੁਹਾਡੇ ਪੁਤਲੇ ਫੂਕੀ ਜਾਂਦੇ ਆ, ਕਿਸਾਨਾਂ ਦੀ ਗੱਲ ਸੁਣੋ। ਉਂਝ ਮੋਦੀ ਸਾਹਿਬ ਨੂੰ ਕਿਸਾਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਸੀ ਔਰ ਬੀਜੇਪੀ ਦੇ ਪ੍ਰਧਾਨ ਨੇ ਜਿਹੜੇ ਕੌਮੀ ਜੀ, ਉਹਨਾਂ ਨੂੰ ਮੀਟਿੰਗ ਕਰਾ ਦੇਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਮੋਦੀ ਨਾਲ ਪੰਜਾਬ ਦੇ ਕਿਸਾਨਾਂ ਦੀ, ਜਾਂ ਪਹਿਲਾਂ ਨੱਡਾ ਸਾਹਿਬ ਆਪ ਪੰਜਾਬ ਦੇ ਕਿਸਾਨਾਂ ਨੂੰ ਮਿਲ ਲੈਂਦੇ, ਜਾਂ ਨੱਡਾ ਸਾਹਿਬ ਪੰਜਾਬ ਦਾ ਦੌਰਾ ਹੀ ਕਰ ਲੈਣੇ ਕਿ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਧਰਨੇ ਵਿਚੋਲੀਏ ਲਾ ਰਹੇ ਨੇ ਜੀ, ਵਿਚੋਲੀਏ ਲਾ ਰਹੇ ਨੇ। ਪੰਜਾਬੀ 'ਚ ਇੱਥੇ ਸਾਡੇ ਦਲਾਲ ਵੀ ਕਹਿੰਦੇ ਨੇ ਵੀ ਦਲਾਲ ਧਰਨੇ ਲਾ ਰਹੇ ਨੇ ਜਾਂ ਕਿਸਾਨ ਲਾ ਰਹੇ ਨੇ। ਉਹਨਾਂ ਦੀ ਜ਼ਿੰਦਗੀ ਦਾਅ ਤੇ ਲੱਗੀ ਪਈ ਹੈ, ਜ਼ਮੀਨ ਦਾਅ ਤੇ ਲੱਗੀ ਪਈ ਹੈ, ਸਾਹ ਦਾਅ ਤੇ ਲੱਗੇ ਪਏ ਨੇ ਜੀ। ਤੇ ਉਹਨਾਂ ਨੂੰ ਇਹ ਕਹਿ ਦੇਣਾ ਕਿ ਉਹ ਕਿਸਾਨ ਨਹੀਂ ਧਰਨੇ ਲਾ ਰਹੇ ਤੇ ਰਾਹੁਲ ਗਾਂਧੀ ਦੇ ਕਹਿਣ ਤੇ ਪੁਤਲੇ ਫੂਕ ਰਹੇ ਹੈ। ਹੁਣ ਜੇ ਰਾਹੁਲ ਗਾਂਧੀ ਐਡਾ ਹੀ ਵੱਡਾ ਪੰਜਾਬ 'ਚ ਕਾਮਯਾਬ ਲੀਡਰ ਹੁੰਦਾ, ਕਿਸਾਨ ਐਡੀ ਗੱਲ ਰਾਹੁਲ ਗਾਂਧੀ ਦੀ ਮੰਨਦੇ ਹੁੰਦੇ, ਤੇ ਲੋਕ ਸਭਾ ਦੇ ਵਿੱਚ ਫਿਰ ਬੀਜੇਪੀ 2 ਸੀਟਾਂ ਜਿੱਤਦੀ ਨਾ, ਜਿਹੜੀਆਂ ਜਿੱਤ ਗਈ। ਅਕਾਲੀ ਵੀ ਨਾ ਜਿੱਤਦੇ, 2 ਸੀਟਾਂ ਲੈ ਗਏ। ਬਿਲਕੁਲ, ਬਾਦਲ ਜੋੜਾ, ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਦੋਨੇ ਜਿੱਤ ਗਏ। ਇਹ ਨਾ ਜਿੱਤਦੇ ਜੇ ਰਾਹੁਲ ਗਾਂਧੀ ਦੀ ਐਡੀ ਚੱਲਦੀ ਹੁੰਦੀ। ਹੁਣ ਹਰ ਪ੍ਰੋਟੈਸਟ ਇਹ ਰਣਨੀਤੀ ਹੁੰਦੀ। ਦੇਖੋ, ਬੀਜੇਪੀ ਦੀ ਰਣਨੀਤੀ ਹੈ, ਜੇ ਕੁਝ ਵੀ ਹੁੰਦਾ ਨਾ ਜੀ, ਬੀਜੇਪੀ ਕਹਿ ਦਿੰਦੀ ਹੈ ਕੈਪਟਨ ਕਰਾ ਰਿਹਾ ਪੰਜਾਬ 'ਚ, ਕਾਂਗਰਸ ਦੀ ਸਰਕਾਰ ਹੈ ਉਹ ਕਿਸਾਨਾਂ ਨੂੰ ਭੜਕਾ ਰਹੀ ਹੈ, ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਭੜਕਾ ਰਹੀਆਂ ਨੇ ਜੀ। ਇਹਦਾ ਮਤਲਬ ਹੈ ਕਿਸਾਨਾਂ ਦੀ ਸੋਚ ਨੂੰ ਤੁਸੀਂ ਮੰਨਦੇ ਹੀ ਨਹੀਂ ਵੀ ਕਿਸਾਨਾਂ ਦੀ ਸੋਝੀ ਹੈਗੀ ਜੀ। ਸੋ ਕਿਸਾਨ ਆਪਣੀ ਮਰਜ਼ੀ ਦੇ ਨਾਲ ਪੂਰੀਆਂ ਚੀਜ਼ਾਂ ਨੂੰ ਅਕਾਲੀ ਦਲ ਨਾਲੋਂ, ਬੀਜੇਪੀ ਨਾਲੋਂ ਵੀ ਔਰ ਬੀਜੇਪੀ ਪ੍ਰਧਾਨ ਨਾਲੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਖੇਤੀ ਨੂੰ ਸਮਝਦੇ ਨੇ ਕਿਸਾਨ। ਉਹਨਾਂ ਨੂੰ ਪਤਾ ਕਦੋਂ ਵਿਰੋਧ ਕਰਨਾ ਜੀ। ਤੇ ਇਸ ਦੇ ਨਾਲ ਹੀ ਕਹਿੰਦੇ ਬੀਤੇ ਦਿਨ ਪੁਤਲੇ ਫੂਕਣ ਤੋਂ ਬਾਅਦ ਕੇਂਦਰੀ ਮੰਤਰਾਲੇ ਦਾ ਵੀ ਇੱਕ ਹੁਕਮ ਆ ਗਿਆ ਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਆਉਣ ਤੇ ਰੋਕ ਉਦੋਂ ਤੱਕ। ਉਹ ਤਾਂ ਨਹੀਂ, ਇਹ ਹੁਕਮ ਤਾਂ ਚਲੋ ਪਹਿਲਾਂ ਲੱਗਿਆ ਹੋ, ਮੈਂ ਨਹੀਂ ਕਹਿੰਦਾ ਵੀ ਇਹ ਪੁਤਲੇ ਫੂਕਣ ਕਰਕੇ ਹੀ ਹੁਕਮ ਆ ਗਿਆ, ਬਾਕੀ ਹੋ ਵੀ ਸਕਦਾ। ਇਹ ਤਾਂ ਹੁਣ ਸਰਕਾਰ ਜਾਣਦੀ ਹੈ ਨਾ, ਆਪਾਂ ਕਿਹੜਾ ਰੱਬ ਆ, ਜਾਂ ਰੱਬ ਜਾਣਦੀ ਜਾਂ ਸਰਕਾਰ ਜਾਣਦਾ। ਹੁਣ ਪੁਤਲੇ ਫੂਕੇ ਗਏ, ਅਗਲੇ ਦਿਨ ਹੀ
ਹੁਕਮ ਆ ਗਏ ਵੀ ਰੇਲ ਗੱਡੀਆਂ ਨਹੀਂ ਚੱਲਣੀਆਂ, ਰੇਲ ਗੱਡੀਆਂ ਬੰਦ। ਜੀ। ਕਹਿੰਦੇ ਜੇ ਪੈਸੇਂਜਰ ਚੱਲਣਗੀਆਂ, ਐ ਸੁਣਿਆ ਮੈਂ, ਕਹਿੰਦੇ ਤਾਂ ਹੀ ਦੂਜੀਆਂ ਚੱਲਣਗੀਆਂ। ਬਿਲਕੁਲ। ਹੁਣ ਦੇਖੋ ਇਹ ਵੀ ਗਲਤ ਗੱਲ ਹੈ। ਕਿਸਾਨਾਂ ਨੇ ਅੰਦੋਲਨ ਕਿਉਂ ਛੱਡਿਆ? ਤਾਂ ਕਿ ਜ਼ਰੂਰੀ ਵਸਤਾਂ ਆ ਸਕਣ। ਜੀ। ਹੁਣ ਕੇਂਦਰ ਦੀ ਰੇਲ ਮਿਨਿਸਟਰੀ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਪਹਿਲਾਂ ਮਾਲ ਗੱਡੀਆਂ ਤਾਂ ਭੇਜੇ ਨਾ। ਕਿਸਾਨਾਂ ਨੇ ਸਮਾਂ ਦਿੱਤਾ ਹੈ, ਕਿਸਾਨਾਂ ਨਾਲ ਤੁਸੀਂ ਗੱਲਬਾਤ ਤੋਰੋ ਤਦ ਤੱਕ, ਤਾਂ ਕਿ ਇਹ ਮਸਲਾ ਨਿਬੜੇ। ਇਹ ਗੱਲ ਵਧਾਉਣ ਵਾਲੀ ਗੱਲ ਪਾਸੇ ਤੁਰ ਪਏ ਮੈਨੂੰ ਲੱਗਦਾ। ਜੀ। ਰੇਲ ਮਿਨਿਸਟਰੀ ਗੱਲ ਵਧਾਉਣ ਵਾਲੇ ਪਾਸੇ ਤੁਰ ਪਈ। ਇੰਜ ਨਹੀਂ ਹੋਣਾ ਚਾਹੀਦਾ। ਔਰ ਉਹਨਾਂ ਨੂੰ ਗੱਡੀਆਂ ਚਲਾਉਣੀਆਂ ਚਾਹੀਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਵੀ ਸਾਡੇ ਕੋਲੇ ਖਾਦ ਦੀ ਬੜੀ ਕਮੀ ਹੈ, ਜੀ। ਸਾਡੇ ਕੋਲੇ ਰਸਾਇਣਿਕ ਖਾਦਾਂ ਦੀ ਕਮੀ ਹੈ, ਸਾਡੇ ਕੋਲੇ ਕੋਲਿਆਂ ਦੀ ਕਮੀ ਹੈ। ਜੇ ਜ਼ਿਆਦਾ 2-3 ਦਿਨ 4 ਦਿਨ ਨਾ ਚੱਲੀਆਂ ਮਾਲ ਗੱਡੀਆਂ, 4-5 ਦਿਨ ਜੇ ਕੋਲਾ ਨਾ ਆਇਆ ਤੇ ਸਾਡਾ ਕੋਈ ਥਰਮਲ ਪਲਾਂਟ ਵੀ ਬੰਦ ਹੋ ਸਕਦਾ ਹੈ। ਦੇਖੋ ਅਗਰ ਅਜਿਹੀਆਂ ਮਾੜੀਆਂ ਸਥਿਤੀਆਂ ਪੰਜਾਬ ਨੂੰ ਝੱਲਣੀਆਂ ਪੈਣਗੀਆਂ ਵੀ ਬਿਜਲੀ ਹੈ ਨਹੀਂ, ਸਾਡੇ ਕੋਲੇ ਅਗਲੀ ਫਸਲ ਬੀਜਣ ਨੂੰ ਖਾਦ ਹੈ ਨਹੀਂ, ਜੀ। ਇਹ ਕੋਈ ਚੰਗੀਆਂ ਸਥਿਤੀਆਂ ਨਹੀਂ ਹੈਗੀਆਂ। ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਕਿਸੇ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਕੈਪਟਨ ਅਮਰਿੰਦਰ ਦੀ ਵੀ ਬਣਦੀ ਹੈ। ਹੁਣ ਮੈਨੂੰ ਇਹ ਲੱਗਦਾ ਵੀ ਕੈਪਟਨ ਅਮਰਿੰਦਰ ਨੂੰ ਚਾਹੀਦਾ ਵੀ ਉਹ ਸਵੇਰੇ ਜਹਾਜ਼ ਤੇ ਚੜ੍ਹ ਕੇ ਪਹੁੰਚ ਜੇ ਮੋਦੀ ਸਾਹਿਬ ਕੋਲੇ, ਟਾਈਮ ਲਵੇ, ਜੀ। ਜਾਂ ਦਿੱਲੀ 'ਚ ਖੇਤੀਬਾੜੀ ਮੰਤਰੀ ਨੂੰ ਮਿਲੇ। ਕੈਪਟਨ ਅਮਰਿੰਦਰ ਨੂੰ ਵੀ ਸਿਰਫ ਚੰਡੀਗੜ੍ਹ ਵਾਲੀ ਕੋਠੀ ਬਹਿ ਕੇ ਕੰਮ ਨਹੀਂ ਚੱਲਣਾ। ਜੀ। ਕੈਪਟਨ ਅਮਰਿੰਦਰ ਨੂੰ ਚਾਹੀਦਾ, ਹੁਣ ਤਾਂ ਅੱਜ ਕੱਲ੍ਹ ਦਾ ਮਾਸਕ ਪਾ ਕੇ ਲਾਕਡਾਊਨ ਖੁੱਲ੍ਹ ਗਿਆ, ਜਾ ਸਕਦੇ ਆ। ਕੈਪਟਨ ਅਮਰਿੰਦਰ ਦੇਖੋ ਟਰੈਕਟਰ ਰੈਲੀ ਵੀ ਕੀਤੀ ਕੈਪਟਨ ਅਮਰਿੰਦਰ ਨੇ, ਕਿੱਡਾ ਰਸ਼ ਸੀ, ਕਿੱਡੇ ਕਿਸਾਨ ਆਏ ਟਰੈਕਟਰ ਰੈਲੀਆਂ 'ਚ, ਰਾਹੁਲ ਦਿੱਲੀੋਂ ਆ ਗਿਆ। ਕੈਪਟਨ ਅਮਰਿੰਦਰ ਨੂੰ ਹੁਣ ਚਾਹੀਦਾ ਹੈ ਕਿ ਜਹਾਜ਼ ਕਰਨ ਆਪਣਾ, ਜੀ। ਹੈਗਾ ਜਹਾਜ਼, ਹੈਲੀਕਾਪਟਰ ਹੈਗਾ ਸਰਕਾਰ ਕੋਲੇ, ਜੀ। ਹੈਲੀਕਾਪਟਰ ਨਹੀਂ ਤਾਂ ਕਿਰਾਏ ਤੇ ਲੈ ਲੈਣ, ਚਲੇ ਜਾਣ ਸਿੱਧੇ ਮੋਦੀ ਸਾਹਿਬ ਕੋਲ ਜਾਣ, ਖੇਤੀਬਾੜੀ ਮੰਤਰੀ ਕੋਲੇ ਜਾਣ, ਔਰ ਕਿਸਾਨਾਂ ਦੀ ਵੀ ਜ਼ਮੀਨੀ ਹਕੀਕਤ ਸਮਝਾਉਣ, ਔਰ ਮਾਲ ਗੱਡੀਆਂ ਨਾ ਰੁਕਣ। ਉਹ ਵੀ ਪਿਊਸ਼ ਮੰਤਰੀ ਜਿਹੜੇ ਰੇਲ ਮੰਤਰੀ ਨੇ, ਪਿਊਸ਼ ਗੋਇਲ, ਉਹਨਾਂ ਨੂੰ ਜਾ ਕੇ ਸਮਝਾਉਣ ਵੀ ਰੇਲ ਗੱਡੀਆਂ ਰੋਕਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਸੋ ਰੇਲ ਗੱਡੀਆਂ ਚੱਲਣੀਆਂ ਚਾਹੀਦੀਆਂ। ਦੇਖੋ ਜੇ ਕਿਸਾਨਾਂ ਨੇ ਇਹ ਕਿਹਾ ਵੀ ਅਸੀਂ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਦਿੰਦੇ ਹਾਂ, ਕਿਸਾਨਾਂ ਨੇ ਕੋਈ ਹਿੰਸਾ ਨਹੀਂ ਕੀਤੀ, ਕਿਸੇ ਗੱਡੀ ਦਾ ਨੁਕਸਾਨ ਨਹੀਂ ਪਹੁੰਚਾਇਆ, ਕੋਈ ਪਟੜੀਆਂ ਦਾ ਨੁਕਸਾਨ ਨਹੀਂ ਪਹੁੰਚਾਇਆ, ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਲੋਕਤੰਤਰਿਕ ਤਰੀਕੇ ਦੇ ਨਾਲ ਪ੍ਰੋਟੈਸਟ ਹੋ ਰਿਹਾ। ਇਹਨੂੰ ਕਿਹੜਾ ਚੈਲੰਜ ਕਰ ਦੂਗਾ ਪ੍ਰੋਟੈਸਟ ਨੂੰ? ਇੰਨਾ ਵਧੀਆ ਅੰਦੋਲਨ ਕਿਸਾਨ ਚਲਾ ਰਹੇ ਨੇ, ਔਰ ਪੋਲੀਟੀਕਲ ਪਾਰਟੀਆਂ ਦਾ ਦਖਲ ਬਾਹਰ ਕੀਤਾ ਹੋਇਆ ਵੀ ਤੁਸੀਂ ਆਪਣਾ ਜੋ ਡਮਰੂ ਵਜਾਉਣਾ ਵਜਾਓ। ਜੀ। ਸੋ ਇਹ ਬੜਾ ਆਰਗੇਨਾਈਜ਼ਡ ਸੰਗਠਿਤ ਅੰਦੋਲਨ ਹੈ, ਔਰ ਜਿਹੜੇ ਕਿਸਾਨ ਨੇ ਉਹ ਪੋਲੀਟੀਕਲ ਪਾਰਟੀਆਂ ਨਾਲੋਂ ਵਧੀਆ ਅੰਦੋਲਨ ਚਲਾਉਂਦੇ ਨੇ। ਗਗਨ ਦੇਖੋ ਕੱਲ ਵੀ 26 ਨੂੰ ਅੱਜ ਵੀ ਦਿੱਲੀ 'ਚ ਮੀਟਿੰਗ ਹੈ, 250 ਦੇਸ਼ ਦੀਆਂ ਲਗਭਗ ਕਿਸਾਨ ਜਥੇਬੰਦੀਆਂ ਨੂੰ ਸੱਦਾ ਲੱਗ ਗਿਆ, ਉਹਨਾਂ ਦੇ ਨੁਮਾਇੰਦੇ ਆਏ ਹੋਏ ਨੇ। ਅਗਲੀ ਰਣਨੀਤੀ ਹੁਣ ਕੌਮੀ ਪੱਧਰ ਤੇ ਲੈ ਕੇ ਜਾਣਾ ਕਿਸਾਨਾਂ ਨੇ ਆਪਣਾ ਇਹ ਅੰਦੋਲਨ। ਜੀ। ਸੋ ਕਿਸਾਨਾਂ ਦੇ ਅੰਦੋਲਨ ਦੇ ਨਾਲ ਆਮ ਲੋਕ ਉਹਨਾਂ ਦਾ ਸਮਰਥਨ ਕਰਦੇ ਨੇ, ਕਿਉਂਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ। ਜੀ। ਜੇ ਕਿਸਾਨਾਂ ਦੀਆਂ ਮੰਗਾਂ ਗਲਤ ਹੋਣ ਫੇਰ ਗੱਲ ਸਮਝ ਆਉਂਦੀ ਹੈ। ਕਿਸਾਨਾਂ ਦੀਆਂ ਮੰਗਾਂ ਤਾਂ ਜਾਇਜ਼ ਨੇ। ਸੋ ਜਾਇਜ਼ ਮੰਗਾਂ ਲਈ ਮੈਨੂੰ ਲੱਗਦਾ ਹੈ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਪੰਜਾਬ, ਹਰਿਆਣਾ, ਦਿੱਲੀ ਦੇ ਕਿਸਾਨਾਂ ਦੇ ਨਾਲ ਆਉਣਗੀਆਂ, ਔਰ ਇਹ ਜਿਹੜਾ ਅੰਦੋਲਨ ਹੈ ਇਹ ਇਸੇ ਤਰ੍ਹਾਂ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਦਾ, ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਲਈ ਹੋਰ ਚੁਣੌਤੀ ਬਣੂਗਾ ਇਹ, ਕੇਂਦਰ ਸਰਕਾਰ ਲਈ। ਡੱਲਾ ਜੀ, ਇੱਥੇ ਭਗਵੰਤ ਮਾਨ ਹੁਣਾਂ ਦਾ ਬਿਆਨ ਆਇਆ ਹੈ ਕਿ ਪੰਜਾਬ ਦੇ ਵਿੱਚੋਂ ਮਾਲ ਗੱਡੀਆਂ ਰੋਕਣਾ ਇਹ ਕੇਂਦਰ ਸਰਕਾਰ ਦੀ ਬਦਲਾਖੋਰੀ ਦੀ ਨੀਤੀ ਆ। ਦੇਖੋ ਇਹ ਭਗਵੰਤ ਮਾਨ ਨੇ ਵੀ ਬੜਾ ਅਹਿਮ ਬਿਆਨ ਇਹਦੇ 'ਤੇ ਦਿੱਤਾ। ਇਹ ਇਕੱਲੇ ਭਗਵੰਤ ਮਾਨ ਦੀ ਗੱਲ ਨਹੀਂ, ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਨੇ। ਕੈਪਟਨ ਅਮਰਿੰਦਰ ਨੇ ਵੀ ਕਿਹਾ ਵੀ ਅਜਿਹਾ ਨਾ ਕਰੋ। ਭਗਵੰਤ ਮਾਨ ਨੂੰ ਇਹ ਲੱਗਦਾ, ਭਗਵੰਤ ਮਾਨ ਕਹਿੰਦੇ ਵੀ ਇਸ ਕਰਕੇ ਰੋਕਿਆ ਵੀ ਕਿਸਾਨਾਂ ਨੇ ਇਕੱਲੀ ਮਾਲ ਗੱਡੀਆਂ ਚੱਲਣ ਦੀ ਇਜਾਜ਼ਤ ਦਿੱਤੀ ਹੈ, ਤੇ ਉਹ ਚਾਹੁੰਦੇ ਨੇ ਵੀ ਪੈਸੇਂਜਰ ਗੱਡੀਆਂ ਵੀ ਚਲਾਉਣ ਦਿੱਤੀਆਂ ਜਾਣ। ਵੀ ਜੇ ਅਸੀਂ ਰੇਲਵੇ ਮਾਲ ਗੱਡੀਆਂ ਨਹੀਂ ਚਲਾਊਗਾ ਤੇ ਪੰਜਾਬ ਨੂੰ ਕਿੱਲਤ ਆਊਗੀ, ਜਿਹਦੇ ਨਾਲ ਕਿਸਾਨਾਂ ਦਾ ਅੰਦੋਲਨ ਟਿੜਕੂਗਾ। ਭਗਵੰਤ ਮਾਨ ਨੂੰ ਇਹ ਲੱਗਦਾ ਵੀ ਕੇਂਦਰ ਕਿਸਾਨ ਅੰਦੋਲਨ ਨੂੰ ਜਬਰੀ ਖਤਮ ਕਰਨਾ ਚਾਹੁੰਦਾ ਹੈ, ਇਹ ਹੱਥਕੰਡੇ ਵਰਤ ਕੇ। ਇਹ ਭਗਵੰਤ ਮਾਨ ਦਾ ਬਿਆਨ ਇਸ ਸੰਦਰਭ 'ਚ ਚੰਗਾ ਆਇਆ। ਹੁਣ ਦੇਖੋ ਭਗਵੰਤ ਮਾਨ ਨੂੰ ਵੀ ਚਾਹੀਦਾ ਕਿ, ਮੈਂ ਬਾਰ-ਬਾਰ ਕਹਿ ਰਿਹਾ ਕਿ ਉਹ ਕੇਜਰੀਵਾਲ ਨੂੰ ਵੀ ਕਵੇ ਹੁਣ ਮੌਕਾ ਹੈ। ਦਿੱਲੀ 'ਚ ਸਾਰੇ ਕਿਸਾਨ ਸੰਗਠਨ ਇਕੱਠੇ ਨੇ, ਭਗਵੰਤ ਮਾਨ ਵਿਧਾਨ ਸਭਾ ਦਾ ਐਮਰਜੈਂਸੀ ਸੈਸ਼ਨ ਸੱਦੇ, ਉੱਥੇ ਤਾਂ ਛੋਟੀ ਜਿਹੀ ਤਾਂ ਵਿਧਾਨ ਸਭਾ ਦਿੱਲੀ ਵਾਲੀ, ਮੈਨੂੰ ਲੱਗਦਾ ਉਹ ਅੱਧੀ ਸਰਕਾਰ ਹੈ ਯੂਟੀ ਦੀ, ਅੱਧੀ ਸਰਕਾਰ ਹੀ ਆ ਉਹ, ਪੂਰੀ ਸੰਪੂਰਨ ਸਰਕਾਰ ਨਹੀਂ ਹੈਗੀ। ਚਲੋ ਮੈਂ ਕਹਿੰਦਾ ਅੱਧੀ ਸਰਕਾਰ ਹੋਵੇ, ਪੌਣੀ ਹੋਵੇ, ਪੂਰੀ ਹੋਵੇ, ਸੈਸ਼ਨ ਤਾਂ ਬੁਲਾਉਣ ਨਾ, ਅੱਗੇ ਸੈਸ਼ਨ ਬੁਲਾਉਂਦੇ ਨੇ। ਕੇਜਰੀਵਾਲ ਵੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨਾਂ ਕੇਂਦਰੀ ਕਾਨੂੰਨਾਂ ਨੂੰ ਰੱਦ ਕਰੇ, ਸੋਧ ਮਤੇ ਲਿਆਵੇ, ਤਾਂ ਕਿ ਅੱਗੇ ਕਿਸਾਨਾਂ ਨੇ ਕਾਨੂੰਨੀ ਲੜਾਈ ਲੜਨੀ ਹੈ ਸਾਡੇ ਮੁਲਕ ਦੇ, ਉਹਨਾਂ ਨੂੰ ਮਦਦ ਮਿਲੇ। ਜਾਂ ਭਾਰਤ ਦੀ ਸਰਕਾਰ ਕਿਸਾਨਾਂ ਨਾਲ ਟੇਬਲ ਤੇ ਬੈਠੇ ਗੱਲਬਾਤ ਕਰੇ। ਬਿਲਕੁਲ। ਹੁਣ ਇੰਨੇ ਦਫ਼ਤਰ ਨੇ ਦਿੱਲੀ 'ਚ ਅੱਜ ਕੱਲ੍ਹ ਵਿਹਲੇ ਪਏ ਨੇ, ਉੱਥੇ ਜਿੰਨੇ ਮਰਜ਼ੀ 250 ਜਥੇਬੰਦੀਆਂ ਦੇ ਕਿਸਾਨਾਂ ਨੂੰ ਆਮਣੇ ਸਾਹਮਣੇ ਬਹਿ ਕੇ ਗੱਲਬਾਤ ਹੋ ਸਕਦੀ ਹੈ। ਕਿਸੇ ਖੁੱਲੇ ਸਟੇਡੀਅਮ 'ਚ ਮੀਟਿੰਗ ਕਰ ਲੈਣ, ਬਿਲਕੁਲ ਕਿਤੇ ਵੀ ਮੀਟਿੰਗ ਹੋ ਸਕਦੀ ਹੈ। ਡੱਲਾ ਸਾਹਿਬ ਕਹਿੰਦੇ ਕਿ ਆਉਣ ਵਾਲੇ 2-4 ਦਿਨਾਂ ਦੇ ਵਿੱਚ ਹੋ ਸਕਦਾ ਕਿ
ਪਰਾਲੀ ਸਾੜਨ ਦੇ ਉੱਤੇ ਵੀ ਕਾਨੂੰਨ ਕੋਈ ਬਣ ਜਾਵੇ ਤੇ ਇਸ ਨੂੰ ਲੈ ਕੇ ਜਿਹੜਾ ਜਲਦੀ ਸੁਪਰੀਮ ਕੋਰਟ ਦੇ ਵੱਲੋਂ ਕੋਈ ਹੁਕਮ ਹੋ ਸਕਦੇ ਨੇ? ਦੇਖੋ, ਪਰਾਲੀ ਸਾੜਨ ਦੇ ਬਾਰੇ ਸਰਕਾਰ ਗੰਭੀਰ ਹੈ, ਸੁਪਰੀਮ ਕੋਰਟ ਵੀ ਗੰਭੀਰ ਹੈ। ਸੁਪਰੀਮ ਕੋਰਟ ਨੇ ਇੱਕ ਮੈਂਬਰ ਵੀ ਨਿਯੁਕਤ ਕੀਤਾ ਗਿਆ ਜਿਹੜਾ ਨਿਗਰਾਨ ਕਰਦਾ ਸੀ, ਸਾਰੇ ਮਾਹੌਲ ਨੂੰ ਦੇਖਦਾ ਸੀ। ਦੇਖੋ, ਪਰਾਲੀ ਸਾੜਨਾ ਬਾਰ-ਬਾਰ ਕਹਿੰਦੇ ਆ, ਹੁਣ ਪੰਜਾਬ ਦੇ ਲੋਕ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਪੰਜਾਬ ਦੀ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਸਾਡੇ ਕੋਲੇ ਇੱਕ ਬੂੰਦ ਪਾਣੀ ਨਹੀਂ, ਅਸੀਂ ਹਰਿਆਣੇ ਨੂੰ ਦਈਏ ਕਿੱਥੋਂ ਜੀ, ਸਾਡੇ ਕੋਲੇ ਪਾਣੀ ਹੈ ਨਹੀਂ। ਇਸੇ ਤਰ੍ਹਾਂ ਕਿਸਾਨ ਕਹਿ ਰਿਹਾ ਕਿ ਮੈਨੂੰ ਹੱਲ ਸੁਝਾਓ, ਮੈਂ ਪਰਾਲੀ ਦਾ ਕੀ ਕਰਾਂ ਜੀ, ਵੀ ਫਸਲ ਦਾ ਮੁੱਲ ਮੈਨੂੰ ਮਿਲ ਨਹੀਂ ਰਿਹਾ। ਹੁਣ ਜਿਹੜੇ ਨਵੇਂ ਖੇਤੀ ਕਾਨੂੰਨ ਹੈ ਉਹਦੇ 'ਚ ਵੀ ਇਹਨਾਂ ਨੇ ਪਰਾਲੀ ਦੀ ਕੋਈ ਮਦ ਨਹੀਂ ਪਾਈ, ਵੀ ਪ੍ਰਾਈਵੇਟ ਕੰਪਨੀਆਂ ਵਾਲੇ ਨਵੇਂ ਕਾਨੂੰਨ 'ਚ ਕਹਿੰਦੇ ਵੀ ਪ੍ਰਾਈਵੇਟ ਕੰਪਨੀਆਂ ਵਾਲੇ ਠੇਕਾ ਕਰਨਗੇ ਤੇ ਝੋਨਾ ਲੈ ਜਾਣਗੇ ਜੀ, ਤੇ ਪਰਾਲੀ ਕਿਸਾਨ ਦੇ ਜਿੰਮੇ। ਕਿਉਂ ਨਹੀਂ ਪਾਇਆ ਇਸ ਕਾਨੂੰਨ 'ਚ ਵੀ ਜਿਹੜੀ ਕੰਪਨੀ ਝੋਨਾ ਖਰੀਦੂਗੀ ਕਿਸਾਨ ਦਾ ਆ ਕੇ, ਵੀ ਪਰਾਲੀ ਉਹਦੀ ਜ਼ਿੰਮੇਵਾਰੀ ਹੈ ਜੀ, ਜਾਂ ਉਹ ਪਰਾਲੀ ਦਾ ਕਿਸਾਨ ਨੂੰ ਪੈਸਾ ਦੇਵੇ ਅਲੱਗ ਤੋਂ। ਉਹਨਾਂ ਨੇ ਕਹਿਣਾ ਵੀ ਜੀ ਇਹ ਆਪਸੀ ਸਮਝੌਤਾ ਕਿਸਾਨ ਕਰ ਲੈਣ। ਇਹਦੇ ਲਈ ਕਾਨੂੰਨ ਬਣਾਵੇ ਸਰਕਾਰ ਵੀ ਜਿਹੜੇ ਕਿਸਾਨ ਦੀ ਫਸਲ ਚੱਕਣੀ ਹੈ ਕਾਨੂੰਨ 'ਚ ਪਾ ਦੇਣ ਵੀ ਜਿਹੜਾ ਕਿਸਾਨ ਫਸਲ ਚੱਕੂ, ਜਿਹੜਾ ਵਪਾਰੀ ਜਾਂ ਕੰਪਨੀ ਫਸਲ ਚੱਕੂ ਕਿਸਾਨ ਦੀ, ਉਹਦੀ ਪਰਾਲੀ ਵੀ ਨਾਲ ਸਾਂਭੂ ਜੀ। ਹੁਣ ਇਹ ਜਿਹੜੇ ਕਾਨੂੰਨ ਬਣ ਰਹੇ ਨੇ, ਇਹਨਾਂ ਨੂੰ ਹੁੰਦਾ ਹੈ ਕਿ ਸਾਰੀ ਜ਼ਿੰਮੇਵਾਰੀ ਕਿਸਾਨ ਦੀ ਹੈ। ਹੁਣ ਵੀ ਪਰਾਲੀ ਦੀ ਜ਼ਿੰਮੇਵਾਰੀ ਕਿਸਾਨ ਤੇ ਸੁੱਟਤੀ। ਕਿਸਾਨ ਤਾਂ ਮਜਬੂਰ ਹੈ, ਜਾਂ ਉਹ ਪਰਾਲੀ ਨੂੰ ਅੱਗ ਲਾਊਗਾ ਜਾਂ ਉਹ ਖੁਦ ਆਤਮ ਹੱਤਿਆ ਕਰੂਗਾ ਜੀ। ਉਹ ਕੀ ਕਰੇ ਕਿਸਾਨ? ਹੈ ਜੀ ਗਗਨ ਜੀ। ਅਸਲ 'ਚ ਕੀ ਹੈ ਕਿ ਸਾਡੇ ਮੁਲਕ ਦੀਆਂ ਸਰਕਾਰਾਂ ਦੀ ਸੰਵੇਦਨਸ਼ੀਲਤਾ ਤੇ ਸਵਾਲ ਖੜਾ ਹੋ ਗਿਆ। ਹਾਲਾਂਕਿ ਉਹ ਸਰਕਾਰਾਂ ਅਸੀਂ ਚੁਣੀਆਂ, ਸਾਡੀਆਂ ਹੀ ਨੇ ਜੀ। ਆਹ ਕਿਸਾਨ ਨੇ ਜਿਹੜੇ ਪ੍ਰੋਟੈਸਟ ਤੇ ਬੈਠੇ, ਇਹਨਾਂ 'ਚੋਂ ਕਈ ਮੋਦੀ ਸਾਹਿਬ ਦੇ ਝੰਡੇ ਵੀ ਚੱਕਣ ਵਾਲੇ ਹੈਗੇ ਨੇ। ਬਿਲਕੁਲ, ਇਹ ਨਹੀਂ ਵੀ ਉਹ ਇਕੱਲੇ ਕਾਂਗਰਸੀ ਨੇ, ਆਪ ਵਾਲੇ ਨੇ, ਜਾਂ ਕਾਮਰੇਡ ਨੇ, ਲਾਲ ਝੰਡੇ ਵਾਲੇ ਨੇ, ਜਾਂ ਬਸਪਾ ਵਾਲੇ ਨੇ, ਜਾਂ ਪੰਜੇ ਵਾਲੇ ਨੇ, ਜਾਂ ਤਕੜੀ ਵਾਲੇ ਨੇ। ਜਿਹੜੇ ਕਿਸਾਨ ਧਰਨਾ ਪੰਜਾਬ 'ਚ ਸਾਰੇ ਮਾਰ ਰਹੇ ਨੇ, ਉਹਨਾਂ 'ਚੋਂ ਬੀਜੇਪੀ ਦਾ ਝੰਡਾ ਚੱਕਣ ਵਾਲੇ ਵੀ ਨੇ। ਬਿਲਕੁਲ, ਮੈਨੂੰ ਲੱਗਦਾ ਚੋਣਾਂ 'ਚੋਂ ਕਈ ਤਾਂ ਬੀਜੇਪੀ ਦੇ ਪੋਲਿੰਗ ਏਜੰਟ ਹੋਣਗੇ, ਬੂਥ ਏਜੰਟ ਹੋਣਗੇ, ਵਰਕਰ ਹੋਣਗੇ, RSS ਵਾਲੇ ਵੀ ਹੋਣਗੇ। ਕਿਉਂ ਬੀਜੇਪੀ ਦੇ ਲੀਡਰ ਅਸਤੀਫੇ ਦੇਈ ਜਾਂਦੇ ਨੇ ਕਈ? ਪਿੱਛੇ ਜੇ ਇਹਨਾਂ ਦੇ ਖੇਤੀ ਕਿਸਾਨ ਮੋਰਚੇ ਵਾਲੇ ਨੇ ਇੱਕ ਨੇ ਦੇਤਾ ਜੀ, ਉਹ ਕਹਿੰਦਾ ਮੇਰੇ ਘਰ ਦੇ ਬਾਹਰ ਧਰਨਾ ਲੱਗਿਆ, ਬੀਜੇਪੀ ਵਾਲੀ ਮੇਰੀ ਗੱਲ ਹੀ ਨਹੀਂ ਸੁਣਦੇ। ਸੋ ਜੇ ਬੀਜੇਪੀ ਦੇ ਲੀਡਰ ਆਪਣੇ ਕਿਸਾਨ ਆਗੂਆਂ ਦੀ ਗੱਲ ਨਹੀਂ ਸੁਣਦੇ ਤੇ ਉਹ ਪੰਜਾਬ ਦੇ ਕਿਸਾਨਾਂ ਦੀ ਗੱਲ ਵੀ ਨਹੀਂ ਸੁਣਦੇ, ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਜ਼ਿੱਦ ਕਰ ਲਈ ਉਹਨਾਂ ਨੇ। ਬਿਲਕੁਲ, ਸੋ ਇਹ ਨਹੀਂ ਹੋਣਾ। ਕੋਈ ਵੀ ਸਰਕਾਰ, ਦੇਖੋ ਮੈਂ ਦੇਸੀ ਭਾਸ਼ਾ 'ਚ ਗੱਲ ਕਰਦਾ, ਸਰੀਆ ਭਾਵੇਂ ਆਮ ਬੰਦੇ ਦੀ ਗਰਦਨ 'ਚ ਆਵੇ, ਭਾਵੇਂ ਸਰਕਾਰ ਦੇ, ਉਹ ਮਾੜਾ ਹੁੰਦਾ ਹੈ। ਸਰੀਆ ਨਹੀਂ ਹੋਣਾ ਚਾਹੀਦਾ। ਸਰੀਆ ਸਿਰਫ ਲੈਂਟਰ 'ਚ ਚੰਗਾ ਲੱਗਦਾ ਜੀ, ਜਿਹਨੂੰ ਉਹ ਮਜ਼ਬੂਤੀ ਦਿੰਦਾ। ਬਿਲਕੁਲ, ਵਿਅਕਤੀ ਦੀ ਗਰਦਨ 'ਚ ਸਰੀਆ ਆ ਜੇ ਜਾਂ ਸਰਕਾਰ ਦੀ ਗਰਦਨ 'ਚ ਸਰੀਆ ਆ ਜੇ, ਉਹ ਨੁਕਸਾਨਦਾਇਕ ਹੈ ਡੈਮੋਕ੍ਰੇਸੀ ਲਈ ਵੀ, ਉਹਨਾਂ ਦੇ ਆਪਣੀ ਸਿਹਤ ਲਈ ਵੀ, ਮੁਲਕ ਦੀ ਸਿਹਤ ਲਈ ਵੀ, ਔਰ ਕਿਸੇ ਵੀ ਧਿਰ ਲਈ। ਸੋ ਭਾਵ ਕਿ ਨਿਮਰਤਾ ਹੋਣੀ ਚਾਹੀਦੀ ਹੈ ਜੀ। ਹੁਣ ਸਰਕਾਰ ਦੀ ਜ਼ਿੰਮੇਵਾਰੀ ਕੀ ਹੈ ਕਿ ਜੇ ਕਿਸਾਨਾਂ ਨਾਲ ਮੀਟਿੰਗ ਦੀ ਜ਼ਰੂਰਤ ਹੈ ਤੇ ਕਿਸਾਨ ਨਿਮਰਤਾ ਸਹਿਤ ਮੀਟਿੰਗ ਕਰੇ ਜੀ। ਜੇ ਲੈਣੀਆਂ ਹੁੰਦੀਆਂ ਵੋਟਾਂ ਤਾਂ ਸਾਡੇ ਕਈ MP ਇਹੋ ਜਿਹੇ ਵੀ ਨਹੀਂ, ਉਹ ਗੋਡੀ ਹੱਥੀ ਲਾ ਦਿੰਦੇ ਜਾ ਕੇ। ਉਹ ਇਹ ਵੀ ਨਹੀਂ ਦੇਖਦੇ ਮੈਂ ਗੋਡੀ ਹੱਥ ਲਾ ਕੀ ਦੇ ਰਿਹਾ। ਉਹ ਕਹਿੰਦੇ ਬਸ ਬਾਪੂ ਜੀ ਮੈਂ ਤਾਂ ਗੋਡੀ ਪਹਿਨਾ ਤੁਹਾਡੇ ਜੀ, ਭਾਵੇਂ ਪਤਾ ਹੀ ਨਾ। ਮੈਂ ਕਹਿੰਦਾ 200 ਗੋਡੇ ਖੜੇ ਹੁਣ ਲੈਣ 'ਚ, ਉਹ ਸਾਰਿਆਂ ਦੇ ਗੋਡੀ ਹੱਥ ਲਾਈ ਜਾਂਦੇ ਆ ਫਿਰ ਜੀ। ਜਦੋਂ ਨੌਜਵਾਨ MP ਹੁੰਦੇ ਨਾ, ਹੁਣ ਉਹ ਨੌਜਵਾਨ MP ਕਿੱਥੇ ਨੇ? ਉਹ ਨੌਜਵਾਨ MP ਦਿਖਦੇ ਹੀ ਨਹੀਂ। ਬਿਲਕੁਲ, ਉਹ ਜ਼ੋਰ ਜੱਕਾ ਲਾਉਣ, ਪ੍ਰਧਾਨ ਮੰਤਰੀ ਸਾਹਿਬ ਕੋਲੇ ਸਮਾਂ ਲੈਣ, ਉਹਨਾਂ ਕੋਲੇ ਜਾਣ। ਇਕੱਲੇ ਬਜ਼ੁਰਗਾਂ ਦੇ ਗੋਡੀ ਹੱਥ ਵੋਟਾਂ ਤੋਂ ਪਹਿਲਾਂ ਲਾਉਣ ਦਾ ਕੋਈ ਮੁੱਲ ਨਹੀਂ ਜੇ ਬਾਅਦ ਵਿੱਚ ਤੁਸੀਂ ਜਾ ਕੇ ਉਹਨਾਂ ਦੀ ਸਾਰ ਨਹੀਂ ਲੈਂਦੇ ਜੀ। ਹੈ ਜੀ, ਬਿਲਕੁਲ। ਸੋ ਸੋਕੇ ਪਏ ਤੋਂ ਹੀ ਪਾਣੀ ਦਾ ਮੁੱਲ ਹੈ, ਅਕਾਲ ਪਏ ਤੋਂ ਹੀ ਅਨਾਜ ਦਾ ਮੁੱਲ ਹੈ। ਔਰ ਸਥਿਤੀਆਂ ਉਹੀ ਨੇ। ਜੇ ਪੰਜਾਬ ਦਾ ਖੇਤੀ ਪੈਟਰਨ ਖਰਾਬ ਹੋ ਗਿਆ ਗਗਨ ਜੀ, ਪੰਜਾਬ ਦਾ ਖੇਤੀ ਪੈਦਾਵਾਰ ਦਾ ਢਾਂਚਾ ਵਿਗੜ ਗਿਆ ਤੇ ਮੁਲਕ ਨੂੰ ਨੁਕਸਾਨ ਹੋਊਗਾ, ਕਿਉਂਕਿ ਕੋਈ ਵੀ ਸਮਾਂ ਜਿਹੜਾ ਆਉਣ ਵਾਲਾ ਹੈ ਪਤਾ ਨਹੀਂ ਕਿਸੇ ਨੂੰ ਕਿਹੋ ਜਿਹਾ ਜੀ। ਨਵਾਂ ਜਿਹੜਾ ਆਹ ਵਾਇਰਸ ਆਇਆ, ਆਹ ਵਾਇਰਸ ਨੇ ਝੱਖੜ ਚਲਾਏ ਪਏ ਆ। ਬਿਲਕੁਲ, ਹੁਣ ਮਾੜਾ ਜਿਹਾ ਸਾਡੇ ਮੁਲਕ 'ਚ ਘਟਿਆ, ਪਰ ਕਈ ਮੁਲਕਾਂ 'ਚ ਤਾਂ ਹਜੇ ਵੀ ਤੁਰੀ ਜਾਂਦਾ ਇਹ ਤੇਜ਼ੀ ਨਾਲ। ਬਿਲਕੁਲ, ਇਹਨੇ ਝੱਖੜ ਚਲਾਏ ਪਏ ਆ ਤੇ ਕੁਦਰਤ ਹੈ, ਕੁਦਰਤ ਦੀ ਮਾਰ ਪਈ ਨਾ। ਬਿਲਕੁਲ, ਕੁਦਰਤੀ ਅਸੰਤੁਲਨ ਦਾ ਨਤੀਜਾ, ਜਾਂ ਜਿਹੜੀਆਂ ਮਾੜੀਆਂ ਖੋਜਾਂ ਕਰਦੇ ਨੇ, ਕਹਿੰਦੇ ਆ ਬੇਲੋੜੀਆਂ ਖੋਜਾਂ ਕਰਦੇ ਨੇ ਕਈ ਮੁਲਕ, ਚੀਨ ਵਰਗੇ, ਉਹ ਵੀ ਗਲਤ ਹੈ। ਬਿਲਕੁਲ, ਉਹ ਚੀਜ਼ਾਂ ਫਿਰ ਮਨੁੱਖ ਲਈ ਵੀ ਖਤਰਾ ਬਣਦੀਆਂ ਨੇ। ਸੋ ਇਹ ਵੀ ਹੋ ਸਕਦਾ ਕੱਲ੍ਹ ਨੂੰ ਅਨਾਜ ਦਾ ਸੰਕਟ ਪੈਦਾ ਹੋ ਜੇ, ਅਕਾਲ ਪੈ ਜੇ,
ਸੋਕਾ ਪੈ ਜੇ ਬਹੁਤ ਵੱਡਾ। ਜੀ ਜੇ ਆ ਵਾਇਰਸ ਜਿਹੜਾ ਹੁਣ ਆਇਆ ਹੈ, ਜਿਹੜਾ ਹੋ ਜੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਦਿਖਦਾ ਹੀ ਨਹੀਂ, ਤੇ ਇਹ ਵੀ ਤਾਂ ਕੁਦਰਤ 'ਚ ਹੋ ਸਕਦਾ ਨਾ। ਬਿਲਕੁਲ। ਫਿਰ ਕੀ ਕਰਾਂਗੇ ਅਸੀਂ? ਜਦ ਕਿ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਹੈ, ਅਸੀਂ ਆਤਮ ਨਿਰਭਰ ਨਹੀਂ ਸੀ। ਜੀ ਅਮਰੀਕਾ ਤੋਂ ਅਨਾਜ ਮੰਗਾਉਂਦੇ ਸੀ ਮਹਿੰਗੇ ਮੁੱਲ ਤੇ। ਜੀ ਅਮਰੀਕਾ ਤੋਂ ਸਾਡੇ ਕਿਸਾਨਾਂ ਨੇ ਸਾਨੂੰ ਐਡੇ ਜੋਗਾ ਕੀਤਾ ਵੀ ਅਸੀਂ ਰਫੇਲ ਮੰਗਾਉਣ ਲੱਗ ਗਏ। ਨਹੀਂ ਤਾਂ ਅੱਜ ਵੀ ਅਸੀਂ ਉੱਥੋਂ ਆਟਾ ਦਾਲ ਹੀ ਮੰਗਾਉਂਦੇ, ਬਿਲਕੁਲ। ਨਹੀਂ ਤਾਂ ਝੋਨਾ ਹੀ ਮੰਗਾਉਂਦੇ, ਚੌਲ ਹੀ ਮੰਗਾਉਂਦੇ ਉੱਥੋਂ। ਬਿਲਕੁਲ। ਸੋ ਇਸ ਕਰਕੇ ਇਹ ਸਾਡੀ ਅਨਾਜ ਦੀ ਪੈਦਾਵਾਰ ਦੀ ਆਤਮ ਨਿਰਭਰਤਾ, ਸਾਡੀ ਕਿਸਾਨੀ ਦੀ ਮਜ਼ਬੂਤੀ, ਉਹਦੇ ਕਰਕੇ ਹੀ ਸਾਡਾ ਮੁਲਕ ਆਤਮ ਨਿਰਭਰ ਬਣਿਆ। ਸੋ ਕਿਸਾਨਾਂ ਦੀ ਗੱਲ ਹਰ ਹਾਲਤ 'ਚ ਸੁਣੀ ਜਾਣੀ ਚਾਹੀਦੀ ਹੈ। ਬੜੇ ਕਾਬਲ ਪ੍ਰਧਾਨ ਮੰਤਰੀ ਨੇ ਐਡੇ ਤਗੜੇ ਫੈਸਲੇ ਕਰਤੇ। ਧਾਰਾ 370 ਹਟਾਤੀ। ਹਾਲਾਂਕਿ ਧਾਰਾ 370 ਜਿਵੇਂ ਹਟਾਈ ਗਈ, ਜੀ ਮੈਂ ਧਾਰਾ 370 ਹਟਾਉਣ ਦਾ ਵਿਰੋਧੀ ਨਹੀਂ, ਪਰ ਉਹ ਜਿਵੇਂ ਹਟਾਈ ਗਈ ਉਹਦੇ ਤੇ ਸਵਾਲ ਹੋ ਸਕਦੇ ਨੇ, ਡਿਬੇਟ ਹੋ ਸਕਦੀ ਹੈ। ਔਰ ਉਹੀ ਗੱਲ ਖੇਤੀ ਕਾਨੂੰਨ ਵਾਲੇ ਮਾਮਲੇ ਤੇ ਵੀ ਆ ਗਈ ਵੀ ਕਾਲਪਣੇ 'ਚ ਕਈ ਵਾਰੀ ਅਸੀਂ ਕੰਮ ਕਰ ਦਿੰਦੇ ਹਾਂ। ਜੀ ਸੋ ਕਾਲਪਣੇ 'ਚ ਕਈ ਵਾਰੀ ਕੋਟ ਸਮਾਇਆ ਵੀ, ਜਦੋਂ ਕਾਲਪਣੇ 'ਚ ਸਮਾਇਆ ਕੋਟ ਸਮਾਂ ਹੁੰਦਾ ਨਹੀਂ, ਪਾ ਕੇ ਅਸੀਂ ਵਿਆਹ ਤੇ ਚਲੇ ਜਾਂਦੇ ਹਾਂ ਤੇ ਫਿਰ ਅਸੀਂ ਹਾਸੇ ਦੇ ਪਾਤਰ ਬਣਦੇ ਹਾਂ ਕਈ ਵਾਰੀ। ਬਿਲਕੁਲ। ਸੋ ਕਾਲਪਣੇ 'ਚ ਕੋਈ ਕੰਮ ਨਹੀਂ ਕਰਨਾ ਚਾਹੀਦਾ। ਸੋ ਸਰਕਾਰ ਨੂੰ ਠਰਮੇ ਨਾਲ ਖੇਤੀ ਕਾਨੂੰਨ ਤੁਸੀਂ ਬਣਾਤੇ। ਕਿਸਾਨਾਂ ਦੀ ਮੰਗ ਹੀ ਬੜੀ ਛੋਟੀ ਹੈ। ਉਹ ਕਹਿੰਦੇ ਸਾਡਾ MSP ਨਾ ਖਤਮ ਹੋਵੇ, ਸਾਨੂੰ ਡਰ ਇਹ ਹੈ। ਜੀ ਸਰਕਾਰੀ ਖਰੀਦ ਨਾ ਬੰਦ ਹੋਵੇ, ਸਾਨੂੰ ਡਰ ਇਹ ਹੈ। ਕਿਉਂ? ਕਿਉਂਕਿ ਸਰਕਾਰਾਂ ਦੇ ਲਾਰੇ ਨੇ ਜਿਹੜੇ ਪੁਰਾਣੇ, ਜੀ ਉਹ ਅੜਿੱਕਾ ਬਣ ਰਹੇ ਨੇ। ਸਰਕਾਰ ਪੰਜਾਬ ਵਾਲਿਆਂ ਦੇ ਦੇਖ ਲਓ, ਕੈਪਟਨ ਸਾਹਿਬ ਕਹਿੰਦੇ ਸੀ ਕੱਲੇ ਦਾ ਬਿੱਲ ਮਾਫ ਕਰ ਦੂੰ, ਬਿੱਲ ਨਾ ਦਿਓ, ਬੈਂਕਾਂ ਨੂੰ ਕਿਸ਼ਤਾਂ ਭਰਨ ਦੀ ਲੋੜ ਨਹੀਂ। ਲੈ ਹੁਣ ਆ ਦੇਣੀਆਂ ਪੈ ਰਹੀਆਂ ਕਿਸ਼ਤਾਂ। ਬਿਲਕੁਲ। ਐਂ ਮੋਦੀ ਸਾਹਿਬ ਨੇ ਕਿਹਾ ਸੀ ਜੀ ਵੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਾਂਗੇ। ਹੁਣ ਕਹਿੰਦੇ ਅਸੀਂ ਉਹਦੇ ਤਰਜ਼ ਤੇ ਫੈਸਲੇ ਕਰ ਰਹੇ ਹਾਂ। ਇੱਕ ਹੁੰਦਾ ਇਨ ਬਿਨ ਰਿਪੋਰਟ ਲਾਗੂ ਕਰਨੀ, ਜੀ ਇੱਕ ਹੁੰਦਾ ਅਸੀਂ ਰਿਪੋਰਟ ਵਰਗੇ ਕੰਮ ਕਰ ਰਹੇ ਹਾਂ। ਉਹ ਰਿਪੋਰਟ ਅੱਜ ਵੀ ਸਵਾਮੀਨਾਥਨ ਕਮਿਸ਼ਨ ਦੀ ਲਾਗੂ ਨਹੀਂ ਹੈ। ਜਿੰਨੇ ਮਰਜ਼ੀ ਕਹੀ ਜਾਣ, ਆਪ ਵਾਲੇ ਵੀ ਕਹੀ ਜਾਂਦੇ ਨੇ ਵੀ ਦਿੱਲੀ 'ਚ ਅਸੀਂ ਤਾਂ ਸਵਾਮੀਨਾਥਨ ਦੀ ਤਰਜ਼ ਤੇ MSP ਦਿੰਦੇ ਹਾਂ। ਤੁਹਾਡਾ ਕਿਹੜਾ ਪੱਕਾ ਪਟਾ ਲਿਖਾਇਆ ਰੱਬ ਤੋਂ ਵੀ ਆਮ ਆਦਮੀ ਪਾਰਟੀ ਹੋਈ ਰਹਿਣੀ ਹੈ ਹਮੇਸ਼ਾ ਦਿੱਲੀ 'ਚ? ਬਿਲਕੁਲ। ਜੇ 3-4 ਸਾਲ ਬਾਅਦ ਬਦਲ ਗਈ ਸਰਕਾਰ, ਜਾਂ ਜੇ ਤੁਹਾਡੀ ਸਰਕਾਰ ਡਿੱਗ ਗਈ, ਕਿਉਂਕਿ ਸਾਡੇ ਅੱਜ ਕੱਲ੍ਹ ਡਿੱਗਣ ਦਾ ਵੀ ਰਿਵਾਜ ਹੈ, ਡਿੱਗਣ ਦਾ ਵੀ ਰਿਵਾਜ ਹੈ। ਰਾਜਸਥਾਨ ਵਾਲੇ ਵੀ ਡਿੱਗ ਚੱਲੇ ਸੀ। ਬਿਲਕੁਲ। ਉਹ ਤਾਂ ਪੌੜੀ ਤਕੜੀ ਸੀ ਗਹਿਲੋਤ ਸਾਹਿਬ ਕੋਲੇ, ਲੋਹੇ ਦੀ, ਟੁੱਟੀ ਨਹੀਂ। ਜੀ ਆ ਕਮਲਨਾਥ ਤਾਂ ਮੱਧ ਪ੍ਰਦੇਸ਼ ਵਾਲਾ ਦੇਖ ਲਓ, ਪੌੜੀ ਤੜਾ ਬੈਠਾ, ਬਿਲਕੁਲ। ਟੁੱਟ ਗਈ ਸਰਕਾਰ। ਉਹ ਸਿੰਧੀਆ ਸਾਹਿਬ ਹੀ ਛੱਡ ਕੇ ਚਲੇ ਗਏ, ਕਿੰਨੇ ਨਾਲ ਹੋਰ ਲੱਗੇ MLA। ਜੀ ਦੇਖੋ MLA ਵੀ ਮੈਨੂੰ ਆ ਜਦੋਂ ਛੱਡ ਕੇ ਚਲੇ ਜਾਂਦੇ ਨਾ, ਖੇਡ ਖਿਡੌਣੇ ਜਿਹੇ ਲੱਗਦੇ ਆ ਕਈ ਵਾਰੀ ਤਾਂ। ਅੱਜ ਜਿਵੇਂ ਸਿੰਧੀਏ ਨਾਲ ਹੀ ਇੰਨੇ MLA ਚਲੇ ਗਏ, ਦੱਸੋ ਇਹ ਖੇਡਾਂ ਨੇ? ਲੋਕ ਕਿੰਨੀ ਆਸ ਨਾਲ ਤੁਹਾਨੂੰ ਵੋਟ ਪਾਉਂਦੇ ਨੇ। ਇਹਦੇ ਤੇ ਵੀ ਕਾਨੂੰਨ ਹੋਣਾ ਚਾਹੀਦਾ ਜੀ ਕਿ ਜਿਹੜਾ MLA ਇੱਕ ਵਾਰੀ ਛੱਡ ਕੇ ਪਾਰਟੀ ਬਦਲ ਕੇ ਅਸਤੀਫਾ ਦੇ ਕੇ ਦੁਬਾਰਾ ਚੋਣ ਲੜੇ, ਵੀ ਨਹੀਂ ਲੜਨੀ ਕਾਕਾ, ਵੀ ਤੈਨੂੰ ਪਹਿਲਾਂ ਅਸੀਂ ਜਿਹੜਾ ਬਣਾਇਆ ਸੀ MLA, ਉਦੋਂ ਖਿੱਲਾਂ ਖਾਉਣ ਲਈ ਥੋੜੀ ਬਣਾਇਆ ਸੀ ਅਸੀਂ। ਬਿਲਕੁਲ ਬਿਲਕੁਲ। ਇਹੋ ਜਿਹੇ ਸਵਾਲ ਜੇ ਮੈਂ ਕਹਿੰਦਾ ਡੱਲਾ ਸਾਹਿਬ ਹਰਿਆਣਾ ਦੇ ਵਿੱਚ ਵੀ JJP ਦੇ ਉੱਤੇ ਵੀ ਉੱਠ ਰਹੇ ਨੇ ਹੁਣ। ਦੇਖੋ JJP ਦਾ ਵੀ ਨੁਕਸਾਨ ਹੋ, ਮੈਂ ਕਹਿੰਦਾ ਜਿਵੇਂ ਪੰਜਾਬ 'ਚ ਪੋਲੀਟੀਕਲ ਨੁਕਸਾਨ BJP ਦਾ, ਮੈਂ ਕਹਿੰਦਾ ਹੁਣ ਵੋਟਾਂ ਕਰਾ ਲਓ, BJP ਵਾਲਿਆਂ ਨੂੰ ਲੱਭਣੀਆਂ ਨਹੀਂ ਸਾਨੂੰ ਵੋਟਾਂ ਪਈਆਂ ਕਿੰਨੀਆਂ। ਆਪਣੇ ਬੰਦੇ ਤਾਂ ਇਹਨਾਂ ਦੇ ਪਾਉਣਗੇ, ਉਹ ਤਾਂ ਪੱਕੇ ਨੇ। ਜੀ RSS ਵਾਲੇ ਹੋ ਗਏ ਜਾਂ ਹੋਰ ਚੰਗੇ ਸਾਰੇ ਜਿਹੜੇ BJP ਵਾਲੇ ਨੇ, ਉਹ ਤਾਂ ਪਾ ਦੇਣਗੇ, ਉਹ ਤਾਂ ਪੱਕੇ BJP ਵਾਲੇ ਆ ਜੀ। ਉਹਨਾਂ ਨੇ ਤਾਂ ਪਾ ਦੇਣੀ ਆ, ਪਰ ਉਹ ਕਿੰਨੀਆਂ ਕੁ ਨਿਕਲਣਗੀਆਂ ਪੰਜਾਬ 'ਚ, ਇਹ ਵੀ ਚਲੋ ਪਤਾ ਲੱਗ ਜੂ, ਤਜਰਬਾ ਹੋ ਜੂ। ਬਿਲਕੁਲ। ਭਾਵ ਕਿ BJP ਦਾ ਵੋਟ ਪਰਸੈਂਟੇਜ ਘਟੂਗਾ ਸਿਆਸੀ ਤੌਰ ਤੇ, ਇਹ ਫੈਸਲਾ ਹੈ। ਔਰ ਇਸੇ ਕਰਕੇ ਤਾਂ ਮੈਂ ਕਹਿ ਰਿਹਾ ਪੰਜਾਬ ਦੇ BJP ਵਾਲੇ ਕਿਉਂ ਚੁੱਪ ਨੇ? ਜੀ ਕਿ ਚਾਅ ਮੁੱਕ ਗਏ ਉਹਨਾਂ ਦੇ MLA ਬਣਨ ਦੇ। ਉਹਨਾਂ ਨੂੰ ਇਕੱਠੇ ਹੋ ਕੇ, ਮੈਂ ਕਹਿੰਦਾ 2000 ਤੋਂ ਵੱਧ ਪੰਜਾਬ 'ਚ BJP ਦਾ ਲੀਡਰ ਹੋਊਗਾ। ਮੰਡਲ ਪ੍ਰਧਾਨ, ਚੇਅਰਮੈਨ, ਜ਼ਿਲ੍ਹਾ ਪ੍ਰਧਾਨ, ਅਹੁਦੇਦਾਰ, ਸਕੱਤਰ, ਜਨਰਲ ਸਕੱਤਰ, ਜ਼ਿਲ੍ਹੇ ਦਾ ਸਕੱਤਰ, ਜ਼ਿਲ੍ਹੇ ਦਾ ਖਜ਼ਾਨਚੀ। ਜੀ 22 ਸਾਡੇ ਜ਼ਿਲ੍ਹੇ ਨੇ। ਜੇ ਇੱਕ ਜ਼ਿਲ੍ਹੇ 'ਚ 100 ਅਹੁਦੇਦਾਰੀ ਲਾ ਲਈਏ ਤਾਂ 2200 ਹੋ ਗਏ। ਜੀ ਇਹ 2200 ਹੀ ਇਕੱਠੇ ਹੋ ਕੇ ਇੱਕ ਆਪਸ 'ਚ ਮੀਟਿੰਗ ਕਰ ਲੈਣ ਤੇ ਇਕੱਠੇ ਹੋ ਕੇ ਮੋਦੀ ਸਾਹਿਬ ਵੱਲ ਚਲੇ ਜਾਣ, ਵੀ ਮੋਦੀ ਸਾਹਿਬ ਗੋਡਿਆਂ 'ਚ ਪੈ ਜਾਣ ਪ੍ਰਧਾਨ ਮੰਤਰੀ ਸਾਹਿਬ ਦੇ, ਜੀ ਵੀ ਸਾਡਾ ਹੱਲ ਕਰੋ, ਸਾਡੀ ਨਹੀਂ ਸੁਣ ਰਹੇ ਤੁਸੀਂ। ਜਾਂ ਇਹ ਕਹਿ ਦੇਣ ਵੀ 2200 BJP ਦਾ ਵਰਕਰ, ਬੰਦਾ, MLA, ਮੰਤਰੀ ਆ, ਸਾਰੇ ਸਾਬਕਾ ਕੇਂਦਰੀ ਵੀ ਵਿੱਚ ਹੀ ਅਹੁਦੇਦਾਰ ਇਕੱਠੇ ਹੋ ਕੇ ਚਲੇ ਜਾਣ ਮੋਦੀ ਸਾਹਿਬ ਦੇ ਘਰ। ਇਹਨਾਂ ਨੂੰ ਕਿਹੜਾ ਰੋਕ ਦੂਗਾ BJP ਵਾਲਿਆਂ ਨੂੰ? ਬਿਲਕੁਲ। ਨੱਡਾ ਸਾਹਿਬ ਕੋਲ ਚਲੇ ਜਾਣ, ਵੀ ਨੱਡਾ ਸਾਹਿਬ ਅਸੀਂ ਤੁਹਾਨੂੰ ਨਾਲ ਲੈ ਕੇ ਜਾਣਾ। ਕੋਈ ਇਹੋ ਜਿਹਾ ਕੰਮ ਤਾਂ ਕਰਨ ਜਿਹਦੇ ਨਾਲ ਕਿਸਾਨਾਂ ਨੂੰ ਭਰੋਸਾ ਹੋਵੇ ਵੀ ਇਹ ਸਾਡੀ ਗੱਲ ਸੁਣ ਰਹੇ ਨੇ। ਔਰ ਪੰਜਾਬ ਦੇ BJP ਵਾਲਿਆਂ ਨੂੰ ਕੁਝ ਕਰਨਾ ਪਊਗਾ, ਨਹੀਂ ਤਾਂ ਨੁਕਸਾਨ ਹੋਊਗਾ, ਰਾਜਨੀਤਿਕ ਤੌਰ ਤੇ ਨੁਕਸਾਨ ਹੋਊਗਾ। ਬਿੱਟੂ ਸਾਹਿਬ ਤਾਂ ਦੇਖੋ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਈ, ਜੀ ਉਹ ਤੋਂ ਬਾਅਦ ਲੱਭੀ ਨਹੀਂ ਕਾਂਗਰਸ। ਬਿਲਕੁਲ। ਔਰ ਠੀਕ ਹੈ, ਇੱਕ ਦੋ ਵਾਰੀ ਕਾਂਗਰਸ ਆ ਗਈ,
ਲੇਕਿਨ ਕਾਂਗਰਸ ਨੇ ਆਪਣੀ ਸੋਚ ਅਪਰੋਚ ਬਦਲੀ। ਮਨਮੋਹਨ ਸਿੰਘ ਉਹਨਾਂ ਦੀ 10 ਸਾਲ ਸਰਕਾਰ ਰਹੀ, ਕਿੱਡੇ ਘਟਾਲੇ ਕੀਤੇ ਇਹਨਾਂ ਨੇ ਜੀ। ਕਈ ਚਲੋ ਸਾਬਤ ਨਹੀਂ ਹੋਏ, ਗੱਲ ਵੱਖਰੀ ਹੈ, ਇੱਕ ਵਾਰ ਤਾਂ ਬਦਨਾਮ ਹੋ ਗਏ ਨਾ, ਕਹਿੰਦੇ ਬਦ ਨਾਲੋਂ ਬਦਨਾਮ ਬੁਰਾ। ਜੀ। ਆ ਟੂਜੀ ਟਾਜੀ ਪਤਾ ਨਹੀਂ ਕੋਈ ਘਟਾਲੇ ਸਾਬਤ ਤਾਂ ਹੋਏ ਨਹੀਂ, ਪਰ ਮੋਹਰ ਇਹਨਾਂ ਦੇ ਲੱਗ ਗਈ ਕਾਂਗਰਸੀਆਂ ਤੇ ਵੀ ਇਹਨਾਂ ਨੇ ਕਰਪਸ਼ਨ ਬਹੁਤ ਕੀਤੀ, ਔਰ ਉਹਦਾ ਹੀ ਨੁਕਸਾਨ ਹੈ। ਦੇਖ ਲਓ ਪੂਰੇ ਮੁਲਕ 'ਚ ਕਾਂਗਰਸ ਕਿਵੇਂ ਉੱਡੀ ਜਾਂਦੀ ਹੈ। ਆ ਪਾਰਲੀਮੈਂਟ 'ਚ ਵੀ 50 ਤੋਂ ਘਟ ਗਏ ਕਾਂਗਰਸੀ। ਬਿਲਕੁਲ। ਮੁਲਕ ਦੀ ਕਾਂਗਰਸ ਪਾਰਲੀਮੈਂਟ 'ਚ 50 ਸੀਟਾਂ ਤੋਂ ਘੱਟ ਹੋਵੇ, ਇਹ ਕਿੱਡੀ ਹੈਰਾਨੀ ਵਾਲੀ ਗੱਲ ਹੈ। ਇਹ ਕਿਉਂ ਹੋਇਆ? ਜ਼ਿੱਦਾਂ ਕਰਕੇ। ਕਾਂਗਰਸ ਦੇ ਲੀਡਰਾਂ ਨੇ ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਸੀ, ਉਦੋਂ ਰਾਹੁਲ ਗਾਂਧੀ ਚਲਿਆ ਜਾਂਦਾ ਨਾ, ਅੰਨਾ ਹਜ਼ਾਰੇ ਕੋਲੇ ਇਹੀ ਗੱਲ ਹੁੰਦੀ ਸੀ ਨਾ ਜੀ। ਉਦੋਂ ਮਨਮੋਹਨ ਸਿੰਘ ਜੀ ਚਲੇ ਜਾਂਦੇ ਅੰਨਾ ਹਜ਼ਾਰੇ ਕੋਲੇ, ਅੰਨਾ ਹਜ਼ਾਰੇ ਦੀ ਗੱਲ ਮੰਨ ਕੇ ਕੰਮ ਨਿਬੇੜ ਦਿੰਦੇ। ਐਡਾ ਤੜਿੰਗ ਹੋਇਆ, ਐਡਾ ਅੰਦੋਲਨ ਹੋਇਆ ਮੁਲਕ 'ਚ, ਕਾਂਗਰਸ ਵੀ ਝੁਕੀ, ਪਰ ਬਾਅਦ 'ਚ ਬਚਿਆ ਕੀ? ਕਾਂਗਰਸ ਦਾ ਨੁਕਸਾਨ ਹੋ ਗਿਆ। ਬਿਲਕੁਲ ਬਿਲਕੁਲ। ਇੱਕ ਨਵੀਂ ਪਾਰਟੀ। ਸੋ ਲੋਹੜੀ ਵਾਲੇ ਦਿਨ ਸ਼ਾਮ ਨੂੰ 7 ਵਜੇ ਪਤੰਗ ਉਡਾ ਕੇ ਤੁਸੀਂ ਝੰਡੀ ਨਹੀਂ ਕਰ ਸਕਦੇ ਜੀ। ਦਿਨੇ ਦਿਨੇ ਵਕਤ ਰਹਿੰਦੇ, ਬਿਲਕੁਲ ਵਕਤ ਰਹਿੰਦੇ ਪਤੰਗ ਉਡਾਓ। ਭਾਵੇਂ ਬਸੰਤ ਪੰਚਮੀ ਹੈ ਤੇ ਹੋਰ ਕਿਹੜਾ ਤਿਉਹਾਰ ਹੁੰਦਾ, 15 ਅਗਸਤ ਆਜ਼ਾਦੀ ਦਿਹਾੜਾ। ਸੋ ਪਤੰਗ ਉਡਾਉਣ ਦਾ ਵੇਲਾ ਹੈ। ਹੁਣ ਵੇਲਾ ਹੈ ਬੀਜੇਪੀ ਵਾਲਿਆਂ ਕੋਲੇ ਕਿ ਚੜ੍ਹਤ ਬਣਾਓ। ਪੰਜਾਬ ਵਾਲੇ, ਬੀਜੇਪੀ ਵਾਲੇ, ਦਿੱਲੀ ਵਾਲੇ ਜਾਣ, ਬੀਜੇਪੀ ਕੋ ਜਾਣ, ਪ੍ਰਧਾਨ ਕੋ ਜਾਣ, ਮੋਦੀ ਸਾਹਿਬ ਕੋ ਜਾਣ, ਤੇ ਮੋਦੀ ਸਾਹਿਬ ਕੋਲੇ ਵੇਲਾ ਵੀ ਪੰਜਾਬ ਦੇ ਕਿਸਾਨਾਂ ਨੂੰ ਗਲੇ ਨਾਲ ਲਾਉਣ, ਬੁਲਾਉਣ ਆ ਜਾਓ ਵੀ 29 ਦੇ 29 ਆ ਜਾਓ ਜੀ। ਤੇ ਫੇਰ ਗੱਲ ਹੈ ਜਿਹੜੀ ਇਹ ਮੁਹੱਬਤ ਨਾਲ ਅੱਗੇ ਸਿਰੇ ਚੜੂਗੀ। ਔਰ ਸਾਡੇ ਕਿਸਾਨ, ਅਸੀਂ ਸਾਰੇ ਬੜੇ ਭੋਲੇ ਆ ਜੀ। ਮੋਦੀ ਸਾਹਿਬ ਨੇ ਸੱਦਾ ਮਾਰ ਕੇ ਚਾਹ ਬਿਸਕੁਟ ਹੀ ਸਾਨੂੰ ਪਿਲਾਤੇ, ਅਸੀਂ ਨਰਮ ਹੋ ਜਾਣਾ। ਅਸੀਂ ਕਹਿਣਾ ਚਲੋ ਤੁਸੀਂ ਕਰੋ ਜੀ, ਕੋਈ ਰਾਹ ਕੱਢੋ, ਸਾਡਾ ਨੁਕਸਾਨ ਨਾ ਹੋਵੇ। ਬਿਲਕੁਲ। ਸੋ ਸਮਝੌਤੇ ਆਈ ਹੁੰਦੇ ਆ, ਡਾਇਲੌਗ ਦੇ ਨਾਲ, ਗੱਲਬਾਤ ਦੇ ਨਾਲ। ਸੋ ਗੱਲਬਾਤ ਦੇ ਦਰਵਾਜ਼ੇ ਬੰਦ ਨਹੀਂ ਹੋਣੇ ਚਾਹੀਦੇ। ਸੋ ਆ ਗੱਡੀਆਂ ਗੁੱਡੀਆਂ ਕੋਲਾ ਮਾਲ ਗੱਡੀਆਂ 'ਚ ਪਾਓ ਤੇ ਗੱਡੀਆਂ ਚਲਾਓ। ਇਹ ਮੁਲਕ ਦੀਆਂ ਗੱਡੀਆਂ ਨੇ। ਰੇਲ ਮੰਤਰਾਲੇ ਨੂੰ ਚਾਹੀਦਾ ਹੈ ਕਿ ਆਪਾਂ ਛੋਟੇ ਜਵਾਕਾਂ ਵਾਂਗ ਜਿੱਦ ਨਹੀਂ ਕਰਨੀ ਜੀ। ਬਿਲਕੁਲ। ਛੋਟੇ ਜਵਾਕ ਵੀ ਕਈ ਵਾਰ ਜਿੱਦ ਕਰਦੇ ਆ ਨਾ, ਕਾਰ ਲਿਆ ਕੇ ਦੇ ਦਿਓ, ਜਿਹੜਾ ਲਿਆ ਕੇ ਦਿੰਦਾ ਉਹਨੂੰ ਨਹੀਂ ਹੱਥ ਲਾਉਣ ਦਿੰਦੇ। ਬਿਲਕੁਲ। ਕਈ ਵਾਰੀ ਜਵਾਕ ਨੂੰ ਕਾਰ ਲਿਆ ਕੇ ਦੇ ਦਿਓ ਨਾ, ਛੋਟੇ ਨੂੰ ਜੀ, ਲਿਆ ਕੇ ਭਾਵੇਂ ਤੁਸੀਂ ਦਿੱਤੀ ਹੋਵੇ, ਉਹਨਾਂ ਨੇ ਤੁਹਾਨੂੰ ਨਹੀਂ ਹੱਥ ਲਾਉਣ ਦੇਣਾ, ਕਿਉਂਕਿ ਬਚਪਨ ਹੈ। ਸੋ ਰੇਲ ਮੰਤਰਾਲੇ ਨੂੰ ਬਚਪਨਾ ਨਹੀਂ ਕਰਨਾ ਚਾਹੀਦਾ, ਵੱਡਾ ਦਿਲ ਦਿਖਾਉਣਾ ਚਾਹੀਦਾ, ਦਲੇਰੀ ਦਿਖਾਉਣੀ ਚਾਹੀਦੀ ਹੈ ਜੀ। ਤੇ ਡੱਲਾ ਸਾਹਿਬ ਜਾਂਦੇ ਜਾਂਦੇ ਸੁਮੇਧ ਸਿੰਘ ਸੈਣੀ ਹੋਣਾ ਤੇ ਵੀ ਨਜ਼ਰ ਮਾਰ ਲਈ ਕਿ ਅੱਜ ਉਹ ਵੀ ਸਿੱਟ ਦੇ ਸਾਹਮਣੇ ਪੇਸ਼ ਹੋਏ ਨੇ। ਇਹ ਸਾਰੀਆਂ ਖਬਰਾਂ 'ਚ ਮੈਨੂੰ ਲੱਗਦਾ ਸੁਮੇਧ ਸਿੰਘ ਸੈਣੀ ਤੇ ਜਿਹੜੀ ਰਿਪੋਰਟਿੰਗ ਹੋਣੀ ਸੀ ਉਹ ਹੋਈ ਨਹੀਂ ਜੀ। ਸੋ ਕਿਉਂਕਿ ਕਿਸਾਨ ਅੰਦੋਲਨ ਸਾਡੇ ਲਈ ਸਾਰਿਆਂ ਤੋਂ ਜ਼ਿਆਦਾ ਵੱਡਾ ਹੈ। ਸੋ ਕਹਿੰਦੇ ਅੱਜ ਵੀ ਉਹ ਮੰਟੋਰ ਥਾਣਾ ਜਾਂ ਮਟੋਰ ਥਾਣਾ ਮੋਹਾਲੀ ਦਾ, ਸੋ ਉੱਥੇ ਗਏ ਨੇ, ਉੱਥੇ ਪੁੱਛ ਗਿੱਛ ਉਹਨਾਂ ਤੋਂ ਹੋ ਰਹੀ ਹੈ। ਸੋ ਦੇਖਦੇ ਆ ਅੱਗੇ ਕੀ ਬਣਦਾ। ਹਾਲਾਂਕਿ ਸੁਣਵਾਈ ਵੀ ਹੈ ਕਹਿੰਦੇ ਉਹਨਾਂ ਦੇ ਮਾਮਲੇ ਤੇ। ਬਿਲਕੁਲ। ਉਹਨਾਂ ਦੀ FIR ਜਿਹੜੀ ਰੱਦ ਕਰਨ ਦੇ ਲਈ ਪਟੀਸ਼ਨ ਦਾਇਰ ਕੀਤੀ ਗਈ, ਉਹਦੇ ਤੇ ਦੇਖਦੇ ਆ ਕੀ ਬਣਦਾ। ਪਰ ਆਉਂਦੇ ਦਿਨਾਂ 'ਚ ਸੁਮੇਧ ਸਿੰਘ ਸੈਣੀ ਤੋਂ ਮੈਨੂੰ ਲੱਗਦਾ ਪੁੱਛ ਗਿੱਛ ਹੋਰ ਹੋਊਗੀ ਜੀ। ਮੈਨੂੰ ਲੱਗਦਾ ਆਉਂਦੇ ਸਮੇਂ 'ਚ ਅਗਰ ਇਹ FIR ਵਗੈਰਾ ਰੱਦ ਨਾ ਹੋਈ ਜੀ ਤਾਂ ਫਿਰ ਪੁਲਿਸ ਜ਼ਰੂਰ ਹਿਰਾਸਤ 'ਚ ਵੀ ਲੈ ਸਕਦੀ, ਗ੍ਰਿਫਤਾਰ ਵੀ ਕਰ ਸਕਦੀ ਹੈ। ਸੋ ਜੇ ਲੋੜ ਹੈ ਤੇ ਜ਼ਰੂਰ ਹਿਰਾਸਤ 'ਚ ਵੀ ਉਹਨਾਂ ਨੂੰ ਲਿਆ ਜਾਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਿਰਾਸਤ ਦੀ, ਇਹ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਵੀ ਪਤਾ ਹੈ ਕਿ ਹਿਰਾਸਤ ਦੀ ਪੁੱਛਗਿੱਛ ਕਈ ਵਾਰੀ ਬੜੀ ਜ਼ਰੂਰੀ ਹੁੰਦੀ ਹੈ, ਪੁਲਿਸ ਹਿਰਾਸਤ 'ਚ ਲੈਂਦੀ ਹੈ। ਸੋ ਬਾਕੀ ਵੇਖਦੇ ਹਾਂ ਕੀ ਬਣਦਾ ਅੱਗੇ। ਜੋ ਅੱਗੇ ਹੋਊਗਾ ਆਪਾਂ ਜ਼ਰੂਰ ਨਜ਼ਰ ਬਣਾ ਕੇ ਰੱਖਾਂਗੇ। ਪਰ ਇਸ ਵਕਤ ਸੁਮੇਧ ਸੈਣੀ ਨਾਲੋਂ, ਇਸ ਖਬਰ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਇਹ ਮਸਲਾ ਹੱਲ ਹੋਵੇ, ਕਿਉਂਕਿ ਸਾਡਾ ਪੰਜਾਬ ਦਾ ਕਿਸਾਨ ਵੀ ਸਾਡਾ ਰੱਬ ਹੈ ਜੀ। ਬਿਲਕੁਲ। ਸੋ ਇਹ ਖਾਸ ਸੁਰਖੀਆਂ ਸੀ ਜੋ ਪੰਜਾਬ ਦੇ ਵਿੱਚ ਲਗਾਤਾਰ ਬਣੀਆਂ ਹੋਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਸੁਰਖੀਆਂ ਦੇ ਉੱਤੇ ਚਰਚਾਵਾਂ ਇਸੇ ਤਰ੍ਹਾਂ ਤੇਜ਼ ਰਹਿਣੀਆਂ ਨੇ। ਕਿਸਾਨ ਜਥੇਬੰਦੀਆਂ ਦੀ ਬੈਠਕ ਚੱਲ ਰਹੀ ਹੈ, ਉਸ ਬੈਠਕ ਦੇ ਵਿੱਚੋਂ ਵੀ ਕਈ ਫੈਸਲੇ ਨਿਕਲ ਕੇ ਸਾਹਮਣੇ ਆਉਣੇ ਆ। ਉਹ ਫੈਸਲੇ ਵੀ ਜ਼ਰੂਰ ਤੁਹਾਡੇ ਸਭ ਦੇ ਨਾਲ ਸਾਂਝੇ ਕਰਾਂਗੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।